हाँ जी, बीए भाग पहला ਸਮੈਸਟਰ ਪਹਿਲਾ ਪੰਜਾਬੀ ਸਾਹਿਤ ਦੇ ਵਿਦਿਆਰਥੀ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਸਿਲੇਬਸ ਦੇ ਤਹਿਤ ਪੰਜਾਬੀ ਸਾਹਿਤ ਵਿਸ਼ਾ ਪੜ੍ਹ ਰਹੇ, ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਨੂੰ ਮੁਖਾਤਬ ਹਾਂ। ਆਧੁਨਿਕ ਪੰਜਾਬੀ ਕਵਿਤਾ ਤੁਹਾਡੀ ਪਾਠ ਪੁਸਤਕ ਉਹਦੇ ਵਿਚਲਾ 11ਵਾਂ ਕਵੀ ਸੋਹਣ ਸਿੰਘ ਮੀਸ਼ਾ, ਜਿਸ ਨੂੰ SS ਮੀਸ਼ਾ ਜਾਂ ਸੱਸਾ ਮੀਸ਼ਾ ਕਰਕੇ ਵੀ ਜਾਣਿਆ ਜਾਂਦਾ ਹੈ। ਸੋਹਣ ਸਿੰਘ ਮੀਸ਼ਾ ਬਾਰੇ ਕੁਝ ਗੱਲਾਂ, ਉਸ ਦੀਆਂ ਖੂਬਸੂਰਤ ਕਵਿਤਾਵਾਂ ਬਾਰੇ ਕੁਝ ਗੱਲਾਂ ਅੱਜ ਆਪਾਂ ਇਸ ਲੈਕਚਰ ਦੇ ਵਿੱਚ ਕਰਾਂਗੇ। ਸੋਹਣ ਸਿੰਘ ਮੀਸ਼ਾ 15 ਮਾਰਚ 1933 ਨੂੰ ਸਰਦਾਰ ਇੰਦਰ ਸਿੰਘ ਦੇ ਘਰ ਪਿੰਡ ਭੇਟ, ਜ਼ਿਲ੍ਹਾ ਕਪੂਰਥਲਾ ਦੇ ਵਿੱਚ ਜਨਮ ਲੈਂਦਾ। ਪੰਜਾਬ ਯੂਨੀਵਰਸਿਟੀ ਕਾਲਜ ਹੁਸ਼ਿਆਰਪੁਰ ਤੋਂ MA ਅੰਗਰੇਜ਼ੀ ਪਾਸ ਕਰਦਾ ਹੈ। ਉਹ ਨੈਸ਼ਨਲ ਕਾਲਜ ਸਠਿਆਲਾ ਦੇ ਵਿੱਚ ਕਈ ਸਾਲ ਅੰਗਰੇਜ਼ੀ ਦਾ ਪ੍ਰੋਫੈਸਰ ਰਹਿੰਦਾ ਹੈ। ਫਿਰ ਉਹ ਜੀਵਨ ਦੇ ਅੰਤ ਤੱਕ ਆਲ ਇੰਡੀਆ ਰੇਡੀਓ ਜਲੰਧਰ ਦੇ ਵਿੱਚ ਪੰਜਾਬੀ ਪ੍ਰੋਗਰਾਮਾਂ ਦਾ ਪ੍ਰੋਡਿਊਸਰ ਰਹਿੰਦਾ ਹੈ। ਪੰਜਾਬੀ ਪ੍ਰੋਗਰਾਮ ਪ੍ਰੋਡਿਊਸ ਕਰਦਾ ਹੈ, ਉਹਨਾਂ ਦਾ ਨਿਰਮਾਤਾ ਰਹਿੰਦਾ ਹੈ। ਤੇ 21 ਸਤੰਬਰ 1986 ਨੂੰ ਸੋਹਣ ਸਿੰਘ ਮੀਸ਼ਾ ਜਿਹੜਾ ਹੈ ਸਾਨੂੰ ਸਭ ਨੂੰ ਅਲਵਿਦਾ ਸਦੀਵੀ ਵਿਛੋੜਾ ਦੇ ਜਾਂਦਾ। ਜਿੱਥੋਂ ਤੱਕ ਸੋਹਣ ਸਿੰਘ ਮੀਸ਼ਾ ਦੀ ਕਾਵ ਕਲਾ ਦੀ ਗੱਲ ਹੈ, ਸੋਹਣ ਸਿੰਘ ਮੀਸ਼ਾ ਅੰਮ੍ਰਿਤਾ ਮੋਹਣ ਧਾਰਾ, ਅੰਮ੍ਰਿਤਾ ਪ੍ਰੀਤਮ ਤੇ ਪ੍ਰੋਫੈਸਰ ਮੋਹਣ ਸਿੰਘ ਦੀ ਧਾਰਾ ਅਤੇ ਆਧੁਨਿਕਤਾਵਾਦੀ ਧਾਰਾ, ਇਹਨਾਂ ਦੋਨਾਂ ਦੇ ਵਿਚਕਾਰ ਦਾ ਇੱਕ ਵਿਲੱਖਣ ਸਥਾਨ ਰੱਖਣ ਵਾਲਾ ਕਵੀ ਹੈ। ਇਸਤਰੀ ਮਰਦ ਦੇ ਸੰਬੰਧਾਂ ਦਾ ਨਵੇਂ ਦ੍ਰਿਸ਼ਟੀਕੋਣ ਤੋਂ ਇੱਕ ਪੁਨਰ ਵਿਸ਼ਲੇਸ਼ਣ ਕਰਨ ਵਾਲਾ ਕਵੀ ਹੈ। ਇੱਕ ਯਥਾਰਥਵਾਦੀ ਕਵੀ ਦੇ ਤੌਰ ਤੇ ਉਹਦੀ ਪਛਾਣ ਹੈ। ਵਿਅੰਗ ਵਿਧੀ, ਕਟਾਖਸ਼ ਕਰਕੇ ਕੋਈ ਗੱਲ ਕਹਿਣੀ ਤੇ ਆਧੁਨਿਕ ਭਾਵਬੋਧ ਉਸ ਦੀ ਕਵਿਤਾ ਦੇ ਵਿੱਚ ਜਿਹੜੇ ਆ ਉਹ ਦੇਖਣ ਨੂੰ ਮਿਲਦੇ। 1961 ਦੇ ਵਿੱਚ ਉਹਦਾ ਕਾਵਿ ਸੰਗ੍ਰਹਿ ਆਉਂਦਾ ਚੁਰਸਤਾ, ਫਿਰ 1966 ਦੇ ਵਿੱਚ ਦਸਤਕ ਤੇ 1974 ਦੇ ਵਿੱਚ ਆਉਂਦਾ ਹੈ ਕੱਚ ਦੇ ਵਸਤਰ। ਇੱਕ ਉਹਦਾ ਹੋਰ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਮਿਲਦਾ ਹੈ ਧੀਮੇ ਬੋਲ। ਸੋਹਣ ਸਿੰਘ ਮੀਸ਼ਾ ਦੀ ਜਿਹੜੀ ਕਵਿਤਾ ਹੈ ਉਹ ਅਗਾਂਹ ਵਧੂ ਵਿਚਾਰਾਂ ਦੀ ਹੈ, ਵਿਗਿਆਨਕ ਸੋਝੀ ਵਾਲੀ ਹੈ ਤੇ ਯੁੱਗ ਚੇਤਨਤਾ ਵਰਗੇ ਗੁਣ ਜਿਹੜੇ ਹੈ ਉਹਦੀ ਕਵਿਤਾ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਹਨ। ਉਸਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਬਹੁਤ ਸਾਰੇ ਨਵੇਂ ਵਿਚਾਰ ਜਿਹੜੇ ਆ ਉਹ ਪੇਸ਼ ਕੀਤੇ। ਜਿਵੇਂ ਮੈਂ ਗੱਲ ਕੀਤੀ ਕਿ ਸੋਹਣ ਸਿੰਘ ਮੀਸ਼ਾ ਦੀ ਮੁੱਖ ਵਿਧੀ ਵਿਅੰਗ ਤੇ ਕਟਾਖਸ਼ ਦੀ ਹੈ। ਉਹ ਮਹਾਮਾਨਵ ਦੀ ਕਵਿਤਾ ਨਹੀਂ ਕਹਿੰਦਾ, ਸਗੋਂ ਸਧਾਰਨ, ਅਪ੍ਰਮਾਣਿਕ ਤੇ ਇੱਕ ਜਿਹੜਾ ਲਘੂ ਮਾਨਵ ਹੈ, ਇਹ ਉਹਦੀਆਂ ਕਵਿਤਾਵਾਂ ਦੇ ਉਹਨਾਂ ਦਾ ਜੀਵਨ ਜਿਹੜਾ ਹੈ, ਅਜਿਹੇ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਸੋਹਣ ਸਿੰਘ ਮੀਸ਼ਾ ਦੀ ਕਵਿਤਾਵਾਂ ਦਾ ਵਿਸ਼ਾ ਬਣਦਾ। ਸੋਹਣ ਸਿੰਘ ਮੀਸ਼ਾ ਕਿਸੇ ਧਾਰਾ ਨਾਲ ਚੇਤਨ ਤੌਰ ਤੇ ਨਹੀਂ ਜੁੜਿਆ। ਬੇਸ਼ੱਕ ਉਹ ਪ੍ਰਯੋਗਸ਼ੀਲ ਕਵਿਤਾ ਦੇ ਬਹੁਤ ਨੇੜੇ ਹੈ। ਪ੍ਰਯੋਗਸ਼ੀਲ ਕਵਿਤਾ ਤੋਂ ਭਾਵ ਕੁਝ ਕਵੀਆਂ ਨੇ ਕਵਿਤਾ ਦੇ ਵਿੱਚ ਬੜੇ ਨਵੇਂ ਪ੍ਰਯੋਗ ਜਿਹੜੇ ਆ ਉਹ ਕੀਤੇ। ਇਹਨਾਂ ਪ੍ਰਯੋਗਵਾਦੀ ਕਵੀਆਂ ਦੇ ਵਿੱਚ ਡਾਕਟਰ ਜਸਬੀਰ ਸਿੰਘ ਆਹਲੂਵਾਲੀਆ, ਉਹਦਾ ਨਾਮ ਵੀ ਬੜਾ ਪ੍ਰਮੁੱਖ ਹੈ ਤੇ ਸੋਹਣ ਸਿੰਘ ਮੀਸ਼ਾ ਦਾ ਨਾਮ ਵੀ ਪ੍ਰਯੋਗਵਾਦੀ ਕਵੀਆਂ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ। ਸੋਹਣ ਸਿੰਘ ਮੀਸ਼ਾ ਨੇ ਜਿਹੜੀ ਮੱਧ ਸ਼੍ਰੇਣੀ ਜੀਵਨ ਹੈ, ਜਿਹੜੇ ਮੱਧ ਸ਼੍ਰੇਣੀ ਦੇ ਲੋਕ ਹੈ, ਇਹਨਾਂ ਵਿੱਚ ਜਿਹੜੀ ਖੋਖਲੇਪਣ ਦਾ ਜਿਹੜਾ ਅਹਿਸਾਸ ਹੈ ਉਹਨੂੰ ਕਵਿਤਾ ਦਾ ਮੂਲ ਆਧਾਰ ਬਣਾਇਆ। ਯਾਨੀ ਜਿਹੜਾ ਮੱਧ ਵਰਗੀ ਸ਼੍ਰੇਣੀ ਆਪਣੇ ਅੰਦਰ ਦੰਭ ਪਾਲੀ ਫਿਰਦੀ ਹੈ, ਆਪਣੇ ਆਪ ਨੂੰ ਵਿਖਾਵੇ ਦੇ ਵਿੱਚ ਪਈ ਫਿਰਦੀ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਹਣ ਸਿੰਘ ਮੀਸ਼ਾ ਨੇ ਆਪਣੀਆਂ ਕਾਵਿ ਰਚਨਾਵਾਂ ਦਾ ਹਿੱਸਾ ਬਣਾਇਆ। ਉਹ ਇੱਕ ਸਮਰੱਥ ਸਮਕਾਲੀ ਕਵੀ ਹੈ। ਉਹਦੀ ਕਵਿਤਾ ਆਪੇ ਨਾਲ ਜਾਂ ਨਿਕਟ ਮਹਿਰਮ ਨਾਲ ਗੁਫ਼ਤਗੂ ਵਰਗੀ ਹੁੰਦੀ ਹੈ। ਉਹਦੀਆਂ ਕਵਿਤਾਵਾਂ ਦੇ ਵਿੱਚ ਮੱਧ ਸ਼੍ਰੇਣੀ ਦਾ ਜਿਹੜਾ ਯਥਾਰਥਕ ਜੀਵਨ ਹੈ ਉਹ ਚਿਤਰਿਆ ਹੋਇਆ
पेश होंदा है। जिस तरह मानवी जिहड़े संबंध है, रिश्ते है, वो तिड़क रहे है, इहो ਜਿਹੇ विषय ਉਹਦੀ कविता ਦੇ ਵਿੱਚ वर्तमान च विचरदी हुई भविख नाल संवाद रचाउंदी देखी जा सकती है। यानी वो अपनी कविता के राही विचरदा वर्तमान नाल है, लेकिन ਉਹਦੀ कविता भविख दे नाल संवाद रचाउंदी देखी जा सकती है। इस करके ਅਸੀਂ ਉਹਨੂੰ ਕਹਿ ਸਕਦੇ ਹਾਂ कि वो एक आधुनिकतावादी दृष्टि वाला कवि है। ਕੱਚ ਦੇ ਵਸਤਰ ਕਾਵ ਸੰਗ੍ਰਹਿ ਚ ਉਹਦੀਆਂ ਕੁਝ श्रेष्ठ ਗਜ਼ਲਾਂ ਜਿਹੜੀਆਂ ਸ਼ਾਮਲ ਆ, ਜਿਹੜੀਆਂ ਬਹੁਤ ਪ੍ਰਸਿੱਧ ਹੋਈਆਂ। ਉਹਦੀਆਂ ਗਜ਼ਲਾਂ ਦੇ ਵਿੱਚ ਤਨਜ, ਸੁਝਾਊਪਣ ਤੇ ਕਟਾਖਸ਼ ਜਿਹੜਾ ਹੈ ਉਹਦੀਆਂ ਕਵਿਤਾਵਾਂ ਨੂੰ ਦੂਜੇ ਕਵੀਆਂ ਦੇ ਕਵਿਤਾਵਾਂ ਨਾਲੋਂ ਵੱਖਰਿਆਉਂਦਾ। आओ आप सोहण सिंह मीशा की पहली कविता वाल आईए। कविता का नाम बड़ा खूबसूरत है, चीक बुलबुली। चीक बुलबुली तो की भाव है? जदों असीं नाल चीक भी मारदे ते नाल बुल्लां नूं भी एक वखरी आवाज़ वजों वरतदे, उहनूं कहंदे चीक बुलबुली। ते बहुते वारी जिहड़े दारू पीण वाले बंदे आ, शराब पीण वाले बंदे आ, वो चीक बुलबुली मारते। लेकिन इस कविता दे विच किस प्रकार की चीक बुलबुली की गल कवि करता है, वो कविता पाठ दे विच आपां देखांगे और माणांगे। की लिखता है चीक बुलबुली कविता दे विच सोहण सिंह मीशा? नंदू छड़े दी गल चेते है, नंदू छड़े दी गल चेते है, जिसनू पिंड ने रोज तकाली एक दो चीकां मारन दी खुल दे दित्ती सी। भरी परे विच गल पल्ला पा जद सी उसने अर्ज गुजारी। भरी परे विच गल पल्ला पा जद सी उसने अर्ज गुजारी। मेरी कोई लाग डाट ना, मेरी अपनी धी भैन पिंड दी हर नारी। दारू पी के चित घाबरदा, दारू पी के चित घाबरदा, घाऊ माऊ हुंदा, डक ना हुंदी, आई चीक है जांदी मारी। यह काव्य सतरा आधुनिक पंजाबी कविता काव्य संग्रह दे विच दर्ज सोहण सिंह मीशा दी लिखी कविता चीक बुलबुली विचों लईआं गईआं। और इस कविता दे विच कवि ने नंदू छड़े की गल की है, जिहड़ा दारू पी के चीक मारन की गल करता है। पर इस कविता च कवि ने शराबी नंदू छड़े वाली गल नूं पिछोकड़ च रखदिआं दस्सिआ कि एक बुद्धिजीवी दे मन च अपने देश च पैदा हुई समाजिक, राजसी ते आर्थिक ते भ्रिष्टाचार कारण आई गिरावट नूं देख के एक चीक बुलबुली उठती है। पर उसके कुछ बोलने तो पहले ही मजबूरियों का राह रोक के खड़ो जाती है। की लिखता है कि मैनू नंदू छड़े की गल चेते है, उन्होंने पिंड वालियां ने हर रोज शाम वेले एक दो बारी चीका मारन की खुल दे दी है, क्योंकि उसने भरी परे विच गल पल्ला पा जद सी उसने अर्ज कराई। भरी परे विच भाव भरी पंचायत दे विच उन्हें अर्ज की, बेनती की, गल च पल्ला पा के भी मेरी किसी नाल कोई लाग डाट नहीं, मेरी किसी नाल कोई दुश्मनी नहीं, पिंड दी हर धी भैन हर नारी जिहड़ी है वो मेरे वास्ते सत्कारयोग है। पर मैं की करा, दारू पी के मेरा चित्त घबराउंदा है, मेरा घाऊ माऊ हुंदा है ते मैथों डक्की नहीं जाती ते मैथों चीक वज जाती है। ते मैनूं तुसीं आग्या दिओ भी मैं दो चीकां जिहड़ियां ਉਹ ਮਾਰਿਆ ਕਰਾਂ, ਇੰਨੀ ਕੁ ਖੁੱਲ ਜਿਹੜੀ ਆ ਮੈਨੂੰ ਦੇ ਦੇ। ਕੀ ਲਿਖਦਾ ਅੱਗੇ ਕਵੀ? ਆਪਦੇ ਬਾਰੇ ਕਹਿੰਦਾ, ਮੈਨੂੰ ਬੇਸ਼ੱਕ दारू ਕਦੀ ਕਦਾਈ ਲੱਭਦਾ, ਪਰ ਮੈਂ ਇਸ ਬੇਕਿਰਕ ਸ਼ਹਿਰ ਵਿੱਚ, ਪਰ ਮੈਂ ਇਸ ਬੇਕਿਰਕ ਸ਼ਹਿਰ ਵਿੱਚ, ਬੇਕਿਰਕ ਤੋਂ ਭਾਵ ਬੇਦਰਦ, ਬੇਦਰਦ ਸ਼ਹਿਰ ਜਿਹਦੇ ਵਿੱਚ ਕਿਸੇ ਨੂੰ ਕੋਈ ਕਿਸੇ ਨਾਲ ਕੋਈ ਮਤਲਬ ਨਹੀਂ।
पर मैं इस बेकिरक शहर विच किन्ने चिर तो अपने अंदर एक चीक दे नाल बुलबुली डक्की फिरदा, चुप चपीता एक खलबली ਚੱਕੀ ਫਿਰਦਾ। ਮੇਰੇ ਅੰਦਰ ਜਿਹੜੀ ਹਲਚਲ ਚੱਲੀ ਜਾਂਦੀ ਹੈ ਨਾ, ਖਲਬਲੀ ਮੱਛੀ ਵੀ ਹੈ, ਉਹਨੂੰ ਮੈਂ ਚੱਕੀ ਫਿਰਦਾ। ਕਿੰਨੀ ਵਾਰੀ ਚੋਣ ਮੁਹਿੰਮ ਦੇ ਜਲਸੇ ਵਿੱਚ ਤਕਰੀਰ ਸੁਣਦਿਆਂ, ਜਦੋਂ ਵੋਟਾਂ ਆਉਂਦੀਆਂ ਤਾਂ ਜਿਹੜੇ ਲੜਨ ਵਾਲੇ ਉਮੀਦਵਾਰ ਹੈ ਉਹ ਵੱਡੇ ਵੱਡੇ ਜਲਸੇ ਕਰਦੇ ਆ, ਉਹਦੇ ਵਿੱਚ ਤਕਰੀਰਾਂ ਕਰਦੇ ਆ। ਜਨਗਣ ਮਨ ਦੀ ਜੈ ਜੈ, ਸੋਗ ਸਭਾ ਦੀ ਚੁੱਪ ਦੇ ਮੌਕੇ ਚਿੱਤ ਘਬਰਿਆ, ਚੀਕ ਬੁਲਬੁਲੀ ਮਸਾ ਮਸਾ ਰੋਕੀ ਹੈ। ਕਵੀ ਕਹਿੰਦਾ ਵੀ ਮੈਨੂੰ ਤਾਂ ਕਦੇ ਕਦੇ ਪੀਣ ਨੂੰ ਸ਼ਰਾਬ ਲੱਭਦੀ ਹੈ, ਤੇ ਮੈਂ ਇਸ ਬੇਦਰਦ ਸ਼ਹਿਰ ਦੇ ਅੰਦਰ ਪਤਾ ਨਹੀਂ ਕਿੰਨੇ ਚਿਰ ਦਾ ਚੀਕ ਬੁਲਬੁਲੀ ਡੱਕੀ ਫਿਰਦਾ। ਮੇਰੇ ਅੰਦਰ ਇੱਕ ਖਲਬਲੀ ਜੀ ਮੱਛੀ ਪਈ ਹੈ, ਇੱਕ ਹਲਚਲ ਜੀ ਮੱਛੀ ਪਈ ਹੈ। ਕਿੰਨੀ ਵਾਰੀ ਮਨ ਚ ਆਇਆ ਵੀ ਜਿਹੜਾ ਜਲਸੇ ਚ ਬੋਲਣ ਵਾਲਾ ਬੰਦਾ ਹੈ, ਇਹਨੂੰ ਮੈਂ ਦੱਸਾਂ ਵੀ ਤੂੰ ਕੀਤਾ ਕੀ ਹੈ, ਪਿਛਲੇ ਸਮੇਂ ਚ ਤੇਰੀ ਕੀ ਕਾਰਗੁਜ਼ਾਰੀ ਰਹੀ ਹੈ, ਪਰ ਨਹੀਂ ਬੋਲਿਆ ਜਾਂਦਾ। ਸੋਗ ਸਭਾ ਦੀ ਚੁੱਪ ਦੇ ਮੌਕੇ ਚਿੱਤ ਘਬਰਿਆ, ਚੀਕ ਬੁਲਬੁਲੀ ਮਸਾਂ ਮਸਾਂ ਰੋਕੀ ਹੈ। ਕਿਸੇ ਸ਼ੋਕ ਸਭਾ ਚਲੇ ਗਏ, ਠੀਕ ਹੈ, ਉੱਥੇ ਬੰਦੇ ਦੀਆਂ ਸਿਫਤਾਂ ਚੱਲ ਰਹੀਆਂ, ਬੰਦਾ ਭਾਵੇਂ ਉਹ ਜਿੰਨਾ ਮਰਜ਼ੀ ਮਾੜਾ ਰਿਹਾ ਹੋਵੇ, ਤੇ ਉੱਥੇ ਵੀ ਉਹਦਾ ਜੀ ਕਰਦਾ ਵੀ ਦੱਸੇ ਵੀ ਬੰਦਾ ਹੈ ਕੀ ਸੀ, ਪਰ ਉਹ ਆਪਣੇ ਆਪ ਨੂੰ ਚੀਕ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦਾ। ਹੋਰ ਉਹਦਾ ਕਿੱਥੇ ਚੀਕ ਮਾਰਨ ਨੂੰ ਜੀ ਕਰਦਾ, ਚੀਕ ਬੁਲਬੁਲੀ ਮਾਰਨ ਨੂੰ ਜੀ ਕਰਦਾ, ਜਿੱਥੇ ਉਹਦਾ ਖੁੱਲ ਕੇ ਕੁਝ ਕਹਿਣ ਨੂੰ ਜੀ ਕਰਦਾ। ਹਫ਼ਤੇਵਾਰ ਦਫ਼ਤਰੀ ਮੀਟਿੰਗ ਦੇ ਵਿੱਚ ਵਿੰਗ ਵਲੇਵੇਂ ਖਾਂਦੀ, ਜਦੋਂ ਦਲੀਲ ਮੇਜ਼ ਤੇ ਰਿੰਗਣ ਲੱਗੀ, ਕਸ ਕੇ ਰਤਾ ਕੂ ਹੋਰ ਨਕਟਾਈ, ਮੈਂ ਇਸ ਚੀਕ ਦੇ ਨਾਲ ਬੁਲਬੁਲੀ ਪਹੁੰਚੀ ਸੰਘ ਦੇ ਕੋਲ ਦਬਾਈ। ਦਫ਼ਤਰ ਦੇ ਵਿੱਚ ਜਿੱਥੇ ਉਹ ਬੰਦਾ ਕੰਮ ਕਰਦਾ ਹੈ, ਸੁਣ ਸਿੰਘ ਮੀਸ਼ਾ, ਉਹ ਕਹਿੰਦਾ ਵੀ ਉੱਥੇ ਵੀ ਮੈਨੂੰ ਲੱਗਦਾ ਵੀ ਇਹ ਜਿਹੜੀ ਮੀਟਿੰਗ ਹੋ ਰਹੀ ਹੈ ਇਹਦੇ ਵਿੱਚ ਦਲੀਲ ਨਾਲ ਕੋਈ ਗੱਲ ਨਹੀਂ ਕੀਤੀ ਜਾ ਰਹੀ, ਤੇ ਜੀ ਕਰਦਾ ਵੀ ਚੀਕ ਬੁਲਬੁਲੀ ਮਾਰਾਂ। ਮਤਲਬ ਕੀ ਹੈ ਕਿ ਮੈਂ ਕਹਿੰਦੇ ਵੀ ਆਹ ਚੀਜ਼ ਗਲਤ ਹੈ ਤੇ ਆਹ ਚੀਜ਼ ਸਹੀ ਹੈ, ਪਰ ਉਹ ਆਪਣੀ ਜਿਹੜੀ ਟਾਈ ਹੈ, ਨੈਕ ਟਾਈ, ਠੀਕ ਹੈ, ਨੈਕਟਾਈ ਕਿਉਂ ਕਿਹਾ ਜਾਂਦਾ, ਨੈਕ ਨੂੰ ਟਾਈਟ ਕਰਨ ਵਾਲਾ, ਨੈਕ ਟਾਈ। ਕਸ ਕੇ ਰਤਾ ਹੋਰ ਨੈਕਟਾਈ, ਮੈਂ ਇਸ ਚੀਕ ਦੇ ਨਾਲ ਬੁਲਬੁਲੀ ਪਹੁੰਚੀ ਸੰਘ ਦੇ ਕੋਲ ਦਬਾਈ। ਵੀ ਮੈਨੂੰ ਚੀਕ ਉੱਠੀ ਸੀ, ਮੈਂ ਫਟਾਫਟ ਟਾਈ ਨੂੰ ਘੁੱਟ ਲਿਆ ਵੀ ਨਹੀਂ, ਇਹ ਮੈਂ ਨਹੀਂ ਕਰਨਾ। ਚੜੇ ਮਹੀਨੇ ਤਲਬ ਦਿਹਾੜੇ ਬਿੱਲਾਂ ਦਾ ਭੁਗਤਾਨ ਕਰਦਿਆਂ, ਨਿੱਕੀਆਂ ਨਿੱਕੀਆਂ 100 ਸਦਰਾਂ ਦਾ ਘਾਣ ਕਰਦਿਆਂ, ਘੁੱਟ ਸਬਰ ਦੇ ਨਾਲ ਆਪਣੀ ਹੀ ਹੱਡ ਬੀਤੀ, ਬੱਚੇ ਨੂੰ ਬੂਟਾਂ ਦਾ ਲਾਰਾ, ਹੋਰ ਮਹੀਨਾ ਟਾਲਣ ਵੇਲੇ ਹਰ ਵਾਰੀ ਮੈਂ ਦੱਬੀ ਚੀਕ ਮੁਲਤਵੀ ਕੀਤੀ। ਠੇਕੇ ਦੇ ਕੈਬਨ ਵਿੱਚ ਠੱਠੇ ਸ਼ੁਗਲੀ ਨਿੰਦਿਆ ਚੁਗਲੀ ਵੇਲੇ, ਤੰਗੀ ਤੁਰਸ਼ੀ ਦਾ ਅਹਿਸਾਸ ਜਾਗਦਾ, ਖਾਰਾ ਬੱਤਾ ਖੋਲਣ ਲੱਗਿਆ ਲੱਗਦਾ ਆਪਣਾ ਆਪ ਪਾਟਦਾ। ਚੜੇ ਮਹੀਨੇ ਜਦੋਂ ਤਨਖਾਹ ਦਾ ਦਿਨ ਆਉਂਦਾ, ਤਾਂ ਉਹ ਤਨਖਾਹ ਜਿਹੜੀ ਹੈ ਬਿੱਲਾਂ ਦੇ ਭੁਗਤਾਨ ਦੇ ਵਿੱਚ ਹੀ ਨਿਕਲ ਜਾਂਦੀ ਹੈ। ਨਿੱਕੀਆਂ ਨਿੱਕੀਆਂ ਜਿਹੜੀਆਂ ਸਦਰਾਂ ਹੁੰਦੀਆਂ ਉਹਨਾਂ ਦਾ ਵੀ ਗਲਾ ਘੁੱਟ ਦਿੱਤਾ ਜਾਂਦਾ। ਜਵਾਕ ਕਹਿੰਦੇ ਆ ਬੂਟ ਨਵੇਂ ਲਿਆਉਣੇ ਆ, ਉਹਨੂੰ ਲਾਰਾ ਵੀ ਅਗਲੇ ਮਹੀਨੇ ਲਿਆਵਾਂਗੇ। ਘਰ ਵਾਲੀ ਕਹਿੰਦੀ ਆਹ ਚੀਜ਼ ਲਿਆਉਣੀ ਹੈ, ਉਹਨੂੰ ਲਾਰਾ ਕਿ ਅਗਲੇ ਮਹੀਨੇ ਲਿਆਵਾਂਗੇ। ਬੱਚੇ ਨੂੰ ਬੂਟਾਂ ਦਾ ਲਾਰਾ, ਹੋਰ ਮਹੀਨਾ ਟਾਲਣ ਵੇਲੇ ਹਰ ਵਾਰੀ ਮੈਂ ਦੱਬੀ ਚੀਕ ਮੁਲਤਵੀ ਕੀਤੀ। ਵੀ ਜੀ ਕੀਤਾ ਚੀਕ ਮਾਰਾਂ, ਫਿਰ ਮੈਂ ਗਾਹ ਪਾਤੀ ਵੀ ਚੀਕ ਮਾਰਨ ਦਾ ਕੋਈ ਫਾਇਦਾ ਨਹੀਂ। ਠੇਕੇ ਦੇ ਕੈਬਨ ਵਿੱਚ ਠੱਠੇ ਸ਼ੁਗਲੀ ਨਿੰਦਿਆ ਚੁਗਲੀ ਵੇਲੇ, ਤੰਗੀ ਤੁਰਸ਼ੀ ਦਾ ਅਹਿਸਾਸ ਜਾਗਦਾ। ਜਦੋਂ ਕਿਤੇ ਤਨਖਾਹ ਮਿਲਦੀ, ਦਿਲ ਕਰਦਾ ਵੀ ਕੋਈ ਗਮ ਗਲਤ ਕੀਤਾ ਜਾਵੇ, ਠੇਕੇ ਤੇ ਜਾ ਕੇ ਕੋਈ ਅਧੀਆ ਪਊਆ ਜਿਹੜਾ ਉਹ ਪੀਤਾ ਜਾਵੇ, ਪਰ ਉੱਥੇ ਵੀ ਜਿਹੜੀ ਹੈ ਚੀਕ ਬੁਲਬੁਲੀ ਕੱਢਣ ਨੂੰ ਜੀ ਜਿਹੜਾ ਉਹ ਹੌਸਲਾ ਨਹੀਂ ਫੜਦਾ। ਥਾਂ ਕੁਥਾਈ ਚੀਕ ਬੁਲਬੁਲੀ, ਪਾਂਚ ਜਰਦੇ ਨਾਲ ਚਬਾਈ, ਨੀਂਦਰ ਗੋਲੀ ਨਾਲ ਸੁਆਈ, ਗਦਰਾਏ ਬਦਨਾਂ ਦੀ ਮਹਿਕ ਨਾਲ ਵਰਚਾਈ, ਪਰ ਹੁਣ ਹੋਰ ਨਾ ਡੱਕੀ ਰਹਿੰਦੀ, ਹਰਦਮ ਜ਼ਬਤ ਨਾਲ ਹੈ ਖਹਿੰਦੀ, ਦਿਨ ਪਰ ਹੋਸ਼ ਭਟਕਦੀ, ਅੰਦਰੋਂ ਪਸਲੀਆਂ ਭੰਨਦੀ ਹੈ, ਰਾਤੀ ਅੱਖੀਂ ਨੀਂਦ ਨਾ ਪੈਂਦੀ। ਜਿੱਥੇ ਕਿਤੇ ਵੀ ਕੋਈ ਸਮਾਂ ਬਚਦਾ ਉੱਥੇ ਹੀ
ਚੀਕ ਬੁਲਬੁਲੀ ਮਾਰਨ ਨੂੰ ਜੀ ਕਰਦਾ। ਕਿਤੇ ਮੈਂ ਪਾਨ ਦੇ ਜਰਦੇ ਨਾਲ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦਾ, ਕਦੇ ਨੀਂਦ ਦੀ ਗੋਲੀ ਖਾ ਕੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦਾ, ਕਦੇ ਗਦਰਾਏ ਬਦਨਾਂ ਦੀ ਮਹਿਕ ਨਾਲ ਵਰਚਾਈ ਭਾਵ ਮौज ਮਸਤੀ ਕਰਨ ਦੇ ਵਿੱਚ ਜਿਹੜਾ ਉਹ ਕੋਸ਼ਿਸ਼ ਕਰਦਾ ਕਿ ਚੀਕ ਬੁਲਬੁਲੀ ਜਿਹੜੀ ਮੇਰੇ ਅੰਦਰ ਨਾ ਉੱਠੇ। ਪਰ ਮੈਥੋਂ ਹੁਣ ਡੱਕੀ ਨਹੀਂ ਜਾਂਦੀ, ਹਰਦਮ ਜ਼ਬਤ ਨਾਲ ਹੈ ਖੈਂਦੀ, ਮੇਰੇ ਆਪਣੇ ਆਪ ਨਾਲ ਖੈਂਦੀ ਆ, ਮੈਨੂੰ ਤੰਗ ਕਰਦੀ ਹੈ। ਜਿਸ ਪਰ ਦਿਨ ਭਰ ਹੋਸ਼ ਭਟਕਦੀ, ਅੰਦਰੋਂ ਪਸਲੀਆਂ ਭੰਨਦੀ ਹੈ, ਰਾਤੀ ਅੱਖੀ ਨੀਂਦ ਨਾ ਪੈਂਦੀ ਤੇ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਡਿਸਟਰਬ ਹੋਇਆ ਪਿਆ। ਚੀਕ ਬੁਲਬੁਲੀ ਮਾਰਨ ਨੂੰ ਮੇਰਾ ਇੰਨਾ ਜੀ ਕਰਦਾ। ਹੁਣ ਜੀ ਕਰਦਾ ਕੱਲ ਕਚਹਿਰੀ ਲਾਗੇ ਗਾਂਧੀ ਚੌਂਕ 'ਚ ਖੜ ਕੇ ਸਾਰਾ ਗੁੱਬ ਘਲਾਟ ਕੱਢਦਿਆਂ ਇੰਨੇ ਚਿਰ ਦੀ ਡੱਕੀ ਹੋਈ ਖੁੱਲ ਕੇ ਚੀਕ ਬੁਲਬੁਲੀ ਮਾਰਾਂ, ਮੁਸਕਾਉਂਦੇ ਗਾਂਧੀ ਦੇ ਬੁੱਤ ਤੋਂ ਡਾਂਡੀ ਸਫ਼ਰ ਦੀ ਸੋਟੀ ਖੋ ਕੇ ਆਪਣਾ ਹੀ ਸਿਰ ਪਾੜਾਂ, ਲਹੂ ਪਲੱਥਾ ਬੁੱਤ ਦੇ ਪੈਰੀਂ ਡਿੱਗਾਂ, ਸਾਹ ਛੱਡਣ ਤੋਂ ਪਹਿਲਾਂ 2-3 ਵਾਰੀ ਰਾਮ ਪੁਕਾਰਾਂ। ਕੀ ਕਹਿੰਦਾ ਸੋਹਣ ਸਿੰਘ ਮੀਸ਼ਾ ਕਿ ਹੁਣ ਮੇਰੇ ਅੰਦਰ ਚੀਕ ਬੁਲਬੁਲੀ ਦੱਬੀ ਰਹਿਣ ਤੋਂ ਇਨਕਾਰ ਕਰਨ ਲੱਗੀ ਹੈ। ਮੈਂ ਆਪਣੇ ਜਿਹੜੇ ਰਾਜਸੀ, ਸਮਾਜਿਕ, ਆਰਥਿਕ ਤੇ ਜਿਹੜੇ ਦਫ਼ਤਰੀ ਦੂਸ਼ਿਤ ਵਾਤਾਵਰਨ ਤੋਂ ਇੰਨਾ ਤੰਗ ਆ ਗਿਆ ਕਿ ਹੁਣ ਮੇਰਾ ਦਿਲ ਕਰਦਾ ਕਿ ਕੱਲ ਨੂੰ ਮੈਂ ਕਚਹਿਰੀ ਦੇ ਨੇੜੇ ਗਾਂਧੀ ਚੌਂਕ 'ਚ ਖੜ ਕੇ ਇੰਨੇ ਚਿਰ ਦੀ ਦੱਬੀ ਹੋਈ ਚੀਕ ਬੁਲਬੁਲੀ ਖੁੱਲ ਕੇ ਮਾਰਾਂ ਅਤੇ ਆਪਣੇ ਅੰਦਰ ਦਾ ਸਾਰਾ ਦੱਬਿਆ ਗੁੱਬ ਘਲਾਟ ਕੱਢ ਕੇ ਬਾਹਰ ਸਿੱਟ ਦੇ। ਫਿਰ ਮੁਸਕਾਉਂਦੇ ਹੋਏ ਗਾਂਧੀ ਦੇ ਬੁੱਤ ਹੱਥੋਂ ਡਾਂਡੀ ਸਫ਼ਰ ਦੀ ਸੋਟੀ ਖੋ ਕੇ ਆਪਣਾ ਸਿਰ ਪਾੜ ਲਵਾਂ। ਫਿਰ ਲਹੂ ਲੁਹਾਨ ਹੋ ਕੇ ਮੈਂ ਰਾਸ਼ਟਰਪਿਤਾ ਦੇ ਪੈਰਾਂ ਵਿੱਚ ਡਿੱਗ ਪਵਾਂ ਤੇ ਸਵਾਸ ਛੱਡਣ ਤੋਂ ਪਹਿਲਾਂ ਇਸ ਤਰ੍ਹਾਂ ਹੀ 2-3 ਵਾਰੀ ਰਾਮ ਪੁਕਾਰਾ, ਜਿਸ ਤਰ੍ਹਾਂ ਗਾਂਧੀ ਨੇ ਸਵਾਸ ਛੱਡਣ ਤੋਂ ਪਹਿਲਾਂ ਰਾਮ ਨੂੰ ਪੁਕਾਰਿਆ ਸੀ। ਇਹ ਸੀ ਬੜੀ ਖੂਬਸੂਰਤ ਤੇ ਅਰਥ ਭਰਪੂਰ ਕਵਿਤਾ ਚੀਕ ਬੁਲਬੁਲੀ। ਸੋਹਣ ਸਿੰਘ ਮੀਸ਼ਾ ਦੀ ਦੂਜੀ ਕਵਿਤਾ ਹੈ ਘਰ। ਦੂਜੀ ਕਵਿਤਾ ਘਰ। ਹੁਣ ਇਸ ਘਰ ਵਿੱਚ ਜੀ ਨਹੀਂ ਲੱਗਦਾ, ਸਾਰਾ ਦਿਨ ਤੱਕਿਆ ਅਸਮਾਨੀ, ਭੈ ਦੀਆਂ ਗਿਰਜਾਂ ਭੌਂਦੀਆਂ ਰਹੀਆਂ, ਰਵੀ ਅਸਤਿਆ ਜਿੱਕਣ ਅਸਤ ਚੁਗਣ ਨੂੰ ਬੈਠਾ, ਅੱਜ ਕਈਆਂ ਸ਼ਾਮਾਂ ਪਈਆਂ। ਇਹ ਕਾਵਿ ਸਤਰਾ ਤੁਹਾਡੀ ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਦੀ ਕਵਿਤਾ ਜਿਹੜੀ ਕਿ ਸੋਹਣ ਸਿੰਘ ਮੀਸ਼ਾ ਨੇ ਲਿਖੀ ਹੋਈ ਹੈ, ਜਿਹਦਾ ਸਿਰਲੇਖ ਹੈ ਘਰ, ਉਹਦੇ ਵਿੱਚੋਂ ਲਈਆਂ ਗਈਆਂ। ਇਸ ਕਵਿਤਾ ਵਿੱਚ ਕਵੀ ਨੇ ਇੱਕ ਛੜੇ ਆਦਮੀ ਦੀ ਆਪਣੇ ਘਰਦਾਰ ਵੱਲੋਂ ਉਦਾਸੀ ਜਿਹੜੀ ਆ ਬਿਆਨ ਕੀਤੀ ਹੈ। ਨਾਲ ਇਹ ਉਦੇਸ਼ ਵੀ ਉਗੜਦਾ ਹੈ ਕਿ ਜੇਕਰ ਇਸ ਸੰਸਾਰ 'ਚ ਪਿਆਰ ਨਹੀਂ ਮਿਲਣਾ ਤਾਂ ਇਸ ਨਾਲ ਪਿਆਰ ਵੀ ਕਿਵੇਂ ਪੈ ਸਕਦਾ ਹੈ। ਜਦੋਂ ਜ਼ਿੰਦਗੀ 'ਚ ਬੰਦੇ ਨੂੰ ਪਿਆਰ ਨਾ ਮਿਲੇ ਤੇ ਜ਼ਿੰਦਗੀ ਨਾਲ ਵੀ ਪਿਆਰ ਜਿਹੜਾ ਨਹੀਂ ਰਹਿੰਦਾ। ਕੀ ਲਿਖਦਾ ਹੈ ਸੋਹਣ ਸਿੰਘ ਮੀਸ਼ਾ ਕਿ ਛੜਾ ਆਦਮੀ ਕਹਿੰਦਾ ਹੈ, ਛੜਾ ਕਿਹਨੂੰ ਕਹਿੰਦੇ ਆ? ਜਿਹਨੂੰ ਵਿਆਹ ਹੋਣ ਦੀ ਉਮੀਦ ਜਿਹੜੀ ਆ ਖਤਮ ਹੋ ਚੁੱਕੀ ਹੋਵੇ। ਛੜਾ ਆਦਮੀ ਕਹਿੰਦਾ ਹੈ ਕਿ ਮੇਰਾ ਹੁਣ ਇਸ ਘਰ ਵਿੱਚ ਦਿਲ ਨਹੀਂ ਲੱਗਦਾ ਕਿਉਂਕਿ ਇੱਥੇ ਮੈਨੂੰ ਕੋਈ ਪਿਆਰ ਦੇਣ ਵਾਲਾ ਨਹੀਂ ਹੈ। ਮੈਂ ਸਾਰਾ ਦਿਨ ਅਸਮਾਨਾਂ ਵੱਲ ਵੇਖਦਿਆਂ ਹੀ ਕੱਟਿਆ ਤੇ ਮੈਨੂੰ ਉੱਥੇ ਡਰ ਰੂਪੀ ਗਿਰਜਾਂ ਹੀ ਘੁੰਮਦੀਆਂ ਦਿਖਾਈ ਦਿੰਦੀਆਂ ਤੇ ਸ਼ਾਮ ਵੇਲੇ ਸੂਰਜ ਛਿਪਦਾ ਹੈ ਤਾਂ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਕਿਸੇ ਮੁਰਦੇ ਦੇ ਅਸ ਚੁਗਣ ਲਈ ਬੈਠਾ ਹੋ। ਇਸ ਤਰ੍ਹਾਂ ਮੈਨੂੰ ਡਰ ਲੱਗਦਾ ਹੈ। ਅੱਜ ਦੀ ਇਹ ਸ਼ਾਮ ਤਾਂ ਮੈਨੂੰ ਬੜੀ ਭੈਭੀਤ ਕਰਨ ਵਾਲੀ ਪ੍ਰਤੀਤ ਹੋ ਰਹੀ ਹੈ। ਖਬਰ ਨਹੀਂ ਕਿਹੜੇ ਰਾਹੀਂ ਯਾਦ ਪਰਿੰਦਾ ਉੜਦਾ ਆਇਆ ਉੱਲੂ ਵਰਗਾ, ਬੈਠਾ ਆਣ ਬਨੇਰੇ ਕਰਮਾਂ ਹਾਰੇ, ਡਾਇਣ ਜਹੀ ਰਾਤ ਕਲਮੂਹੀ ਆਣ ਕੇ ਪੂੰਹੋਂ ਬਾਹਰ ਖੜੀਏ, ਕਿਹਨੂੰ ਦੀਪ ਜਗਾਵਾਂ ਐਵੇਂ, ਨਾ ਹੁਣ ਚਾਨਣ ਚੌਂਕੀ ਨਾ ਹੁਣ ਸੋਨੇ ਗੜਵਾ। ਇਹ ਕਾਵਿ ਸਤਰਾ ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਦੇ ਵਿੱਚ ਸੋਹਣ ਸਿੰਘ ਮੀਸ਼ਾ ਦੀ ਲਿਖੀ ਕਵਿਤਾ ਘਰ ਦੇ ਵਿੱਚੋਂ ਲਈਆਂ ਗਈਆਂ ਤੇ ਛੜਾ ਆਦਮੀ ਪਿਆਰ ਤੋਂ ਸਖਣੇ ਘਰ ਤੋਂ ਭੈਭੀਤ ਹੋਇਆ ਕਹਿ ਰਿਹਾ ਕਿ ਮੈਂ ਨਹੀਂ ਜਾਣਦਾ ਕਿਹੜੇ ਦੇਸ਼ ਤੋਂ ਕਿਸੇ ਪੁਰਾਣੀ ਯਾਦ ਦਾ ਉੱਲੂ ਵਰਗਾ ਡਰਾਉਣਾ ਪੰਛੀ ਉੜਦਾ ਹੋਇਆ ਆਇਆ ਤੇ ਮੇਰੇ ਬਦਕਿਸਮਤ ਘਰ ਦੇ ਬਨੇਰੇ ਤੇ ਬੈਠ ਗਿਆ। ਇਹਨੇ ਨੂੰ ਡੈਣ ਵਰਗੀ ਕਾਲੇ ਮੂੰਹ ਵਾਲੀ ਰਾਤ ਆ ਕੇ ਮੇਰੇ ਬੂਹੇ ਦੇ ਬਾਹਰ ਖੜੀ ਹੋ ਗਈ। ਮੈਂ ਐਵੇਂ ਦੀਵਾ ਕਿਉਂ ਜਗਾ ਰਿਹਾ ਹਾਂ ਜਦੋਂ ਕਿ ਮੇਰੇ ਘਰ ਵਿੱਚ ਨਾ ਤਾਂ ਚੰਦਨ ਦੀ ਬਣੀ ਹੋਈ ਕੋਈ ਚੌਕੀ ਹੈ ਤੇ ਨਾ ਹੀ ਕੋਈ ਸੋਨੇ ਦਾ ਗੜਵਾ ਹੈ। ਮੇਰਾ ਘਰ ਤਾਂ ਸਖਣਾ ਹੈ।
दूर बड़ी पिंड दी जू विच सोगी कुत्ते रोंदे सुणदे, खैर करे रब इस घर उत्ते, भीड़ बनी दिसदी है भारी, गल गल उत्ते खिज उठदी है, चित विच हरदम इट खड़िका रहिंदा, काला रोग कलेश दा जिंद नूं लगा, ढूंढ समय ने गड्डिया दिल विच सेह दा तकड़ा। की लिखदा सोहण सिंह हमेशा कि घर दे प्यारहीन वातावरण तो ਜਿਹੜਾ ਡਰਿਆ ਹੋਇਆ ਇੱਕ ਛੜਾ ਆਦਮੀ ਕਹਿ ਰਿਹਾ ਹੈ ਕਿ ਮੈਨੂੰ ਘਰ ਤੋਂ ਬੜੀ ਦੂਰ ਆਪਣੇ ਪਿੰਡ ਦੀ ਹੱਦ ਵਿੱਚ ਸੋਗੀ ਕੁੱਤੇ ਰੋਂਦੇ ਸੁਣਾਈ ਦੇ ਰਹੇ ਆ। ਮੈਨੂੰ ਇਹਨਾਂ ਦੇ ਮਾਤਮ ਤੋਂ ਐ ਲੱਗਦਾ ਹੈ ਕਿ ਮੇਰੇ ਘਰ ਤੇ ਕੋਈ ਵਿਪਤਾ ਪਈ ਵੀ ਹੈ। ਮੈਂ ਰੱਬ ਤੋਂ ਇਸ ਵਿਪਤਾ ਤੋਂ ਬਚਾਅ ਕਰਨ ਦੀ ਮੰਗ ਕਰਦਾ, ਅਰਦਾਸ ਕਰਦਾ। ਮੈਨੂੰ ਆਪਣੇ ਮਨ 'ਚ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸੁਝਦੀਆਂ ਤਾਂ ਮੈਨੂੰ ਖਿਝ ਆਉਂਦੀ ਹੈ ਤੇ ਚਿੱਤ 'ਚ ਹਰ ਸਮੇਂ ਵਿਚਾਰਾਂ ਦਾ ਜਿਹੜਾ ਉਹ ਕੀ ਕਹਿ ਸਕਦੇ ਕਿ ਵਾਰਤਾਲਾਪ ਝਗੜਾ ਜਿਹੜਾ ਛਿੜਿਆ ਰਹਿੰਦਾ। ਇਸ ਤਰ੍ਹਾਂ ਮੇਰੀ ਜਿਹੜੀ ਜ਼ਿੰਦਗੀ ਹੈ ਇਹਨੂੰ ਦੁੱਖ ਦਾ ਮਾਰੂ ਰੋਗ ਜਿਹੜਾ ਲੱਗ ਚੁੱਕਿਆ ਤੇ ਇਉਂ ਲੱਗਦਾ ਹੈ ਜਿਵੇਂ ਸਮੇਂ ਨੇ ਸਿਹ ਦਾ ਤਕੜਾ ਲੱਭ ਕੇ ਮੇਰੇ ਦਿਲ 'ਚ ਗੱਡ ਦਿੱਤਾ ਹੋਵੇ, ਜਿਸ ਕਰਕੇ ਹਰ ਸਮੇਂ ਮੇਰੇ ਮਨ 'ਚ ਅਸ਼ਾਂਤੀ ਹੀ ਅਸ਼ਾਂਤੀ ਪ੍ਰਧਾਨ ਰਹਿੰਦੀ ਹੈ। ਇਹ ਕਰ ਕਿਸੇ ਜੁਗਤ ਨਹੀਂ ਸੋਂਦਾ, ਕਲਰ ਹੋਈਆਂ ਕੰਧਾਂ ਉੱਤੇ ਹੁਣ ਨਾ ਲੇਪਣ ਪੋਚੇ ਟਿਕਦੇ ਪਹੁੰਦੇ, ਖੁਰੀਆਂ ਨੀਹਾਂ ਕੁੜਕਣ ਕੜੀਆਂ ਹੁਣ ਨਹੀਂ ਕੋਠਾ ਝੱਲਣ ਜੋਗਾ, ਵੀਰਵਾਰ ਦੀਆਂ ਝੜੀਆਂ। ਕਵੀ ਲਿਖਦਾ ਹੈ ਕਿ ਮੈਨੂੰ ਇਹ ਘਰ ਕਿਸੇ ਤਰ੍ਹਾਂ ਵੀ ਚੰਗਾ ਨਹੀਂ ਲੱਗਦਾ। ਇਸ ਦੀਆਂ ਕਲਰ ਖਾਧੀਆਂ ਕੰਧਾਂ ਲੇਪਣ ਪੋਚਣ ਨਾਲ ਵੀ ਸੰਭਾਲੀਆਂ ਨਹੀਂ ਜਾ ਸਕਦੀਆਂ। ਇਹਦੀਆਂ ਜਿਹੜੀਆਂ ਨੀਹਾਂ ਉਹ ਖੁਰ ਚੁੱਕੀਆਂ ਤੇ ਕੜੀਆਂ ਜਿਹੜੀਆਂ ਜਿਨ੍ਹਾਂ ਦੇ ਉੱਪਰ ਛੱਤ ਖੜੀ ਹੁੰਦੀ ਹੈ ਉਹ ਤਿੜਕ ਚੁੱਕੀਆਂ ਤੇ ਹੁਣ ਇੱਕ ਬਹੁਤ ਖਰਾਬ ਹੋਇਆ ਖੰਡਰ ਹੋਇਆ ਕੋਠਾ ਵੀਰਵਾਰ ਦੀਆਂ ਝੜੀਆਂ ਭਾਵ ਬਹੁਤੇ ਦਿਨਾਂ ਦੀ ਬਰਸਾਤ ਨੂੰ ਨਹੀਂ ਝੱਲ ਸਕਦਾ। ਹੇ ਮੇਰੇ ਮਨ ਜੇ ਨਹੀਂ ਫੇਰ ਇਸ ਦਰਵਾਜ਼ੇ, ਅੱਟੇ ਵਿੱਚ ਪਰੁੱਤੇ ਅੰਬ ਪੱਤਿਆਂ ਦੇ ਸਿਹਰੇ ਵੱਜਣੇ, ਇਸ ਵਿਹੜੇ ਵਿੱਚ ਫੇਰ ਕਦੀ ਜੇ ਕੋਈ ਚੌਂਕ ਪੂਰ ਨਹੀਂ ਹੋਣਾ, ਜੇ ਇਹ ਸਰਦਲ ਸੇਕ ਦੇ ਜੋਗੀ ਇਸ ਤੇ ਤੇਲ ਕਿਸੇ ਨਹੀਂ ਚੋਣਾ, ਤਾਂ ਤੂੰ ਇਸ ਤੋਂ ਕੀ ਲੈਣਾ ਹੈ, ਕੱਲ ਢਹਿੰਦਾ ਤਾਂ ਅੱਜ ਢਹਿ ਜਾਵੇ। ਕੀ ਮਹਿਸੂਸ ਕਰਦਾ ਹੈ ਕਵੀ ਕਿ ਜੇਕਰ ਮੇਰੇ ਘਰ ਦੇ ਦਰਵਾਜ਼ੇ ਉੱਤੇ ਵਿਆਹ ਦਾ ਸ਼ਗਨ ਕਰਨ ਲਈ ਅੱਟੇ ਵਿੱਚ ਪਰੋਏ ਅੰਬਾਂ ਦੇ ਪੱਤਿਆਂ ਦੇ ਸਿਹਰੇ ਹੀ ਨਹੀਂ ਵੱਜਣੇ, ਜੇ ਇਸ ਘਰ ਵਿੱਚ ਕਦੀ ਚੌਂਕ ਹੀ ਨਹੀਂ ਪੂਰ ਹੋਣਾ, ਇਹ ਸਰਦਲ ਸਿਉਂਕ ਨਹੀਂ ਖਾਣ ਜੋਗੀ ਹੈ, ਇਸ ਉੱਤੇ ਕਿਸੇ ਨੇ ਤੇਲ ਚੋ ਕੇ ਸ਼ਗਨ ਹੀ ਨਹੀਂ ਬਣਾਉਣਾ, ਤਾਂ ਮੈਂ ਇਸ ਘਰ ਤੋਂ ਕੀ ਲੈਣਾ, ਮੇਰੇ ਵੱਲੋਂ ਜਿਹੜਾ ਇਸ ਦੇ ਕੱਲ ਨੂੰ ਢਾਉਣਾ ਅੱਜ ਹੀ ਢਹਿ ਜਾਵੇ। ਚੌਂਕ ਪੂਰਨਾ ਤੋਂ ਭਾਵ ਵਿਆਹ ਦੀ ਇੱਕ ਰਸਮ ਜਿਹੜੀ ਹੈ ਉਹ ਹੁੰਦੀ ਹੈ। ਇਹ ਸੀ ਸੋਹਣ ਸਿੰਘ ਹਮੇਸ਼ਾ ਦੀ ਦੂਜੀ ਕਵਿਤਾ ਘਰ। ਸੋਹਣ ਸਿੰਘ ਹਮੇਸ਼ਾ ਨੇ ਬਹੁਤ ਸਾਰੇ ਗੀਤ ਵੀ ਬੜੇ ਖੂਬਸੂਰਤ ਲਿਖੇ ਆ। ਇੱਕ ਉਹਦਾ ਗੀਤ ਰੇਡੀਓ ਤੇ ਤੁਸੀਂ ਵੱਜਦਾ ਸੁਣਿਆ ਹੋਣਾ, ਕੀ ਕਹਿ ਕੇ ਬੁਲਾਵਾਂ ਤੈਨੂੰ ਵੇ ਤੂੰ ਮੇਰਾ ਕੀ ਲੱਗਦਾ, ਵਾਰ-ਵਾਰ ਵਾਚਿਆ ਮੈਂ ਦਿਲ ਦੀ ਕਿਤਾਬ ਵਿੱਚ, ਤੇਰਾ ਨਾਂ ਹੈ ਸਾਰਿਆਂ ਸਵਾਲਾਂ ਦੇ ਜਵਾਬ ਵਿੱਚ, ਵੇ ਤੂੰ ਜ਼ਿੰਦਗੀ ਦੇ ਉਲਝੇ ਹਿਸਾਬ ਵਿੱਚ ਸਭ ਤੋਂ ਸਹੀ ਲੱਗਦਾ, ਵੇ ਮੈਂ ਕਿੰਜ ਸਮਝਾਵਾਂ ਤੈਨੂੰ ਵੇ ਤੂੰ ਮੇਰਾ ਕੀ ਲੱਗਣਾ। ਇਸ ਤਰ੍ਹਾਂ ਦੇ ਖੂਬਸੂਰਤ ਗੀਤ ਵੀ ਸੋਹਣ ਸਿੰਘ ਹਮੇਸ਼ਾ ਨੇ ਲਿਖਿਆ। ਇਹ ਸੀ ਸੋਹਣ ਸਿੰਘ ਹਮੇਸ਼ਾ ਬਾਰੇ ਕੁਝ ਗੱਲਾਂ ਤੇ ਦੀਆਂ ਦੋ ਕਵਿਤਾਵਾਂ ਜਿਹੜੀਆਂ ਆਪਾਂ ਸਾਂਝੀਆਂ ਕੀਤੀਆਂ ਨੇ। ਤੁਸੀਂ ਮੇਰਾ ਵੀਡੀਓ ਲੈਕਚਰ ਜਿਹੜਾ ਉਹ ਜ਼ਰੂਰ ਸੁਣਨਾ ਹੈ, ਔਰ ਵੀਡੀਓ ਲੈਕਚਰ ਸੁਣਨ ਤੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਆ ਕੇ ਆਪਣਾ ਰੋਲ ਨੰਬਰ ਔਰ ਆਪਣਾ ਨਾਂ ਜ਼ਰੂਰ ਲਿਖਣਾ ਹੈ। ਜੇ ਤੁਸੀਂ ਉਹਦੇ ਤੇ ਕੋਈ ਕੰਪਲੀਮੈਂਟ ਕਰਨਾ ਚਾਹੋ, ਕਮੈਂਟ ਕਰਨਾ ਚਾਹੋ, ਕੋਈ ਸਵਾਲ ਕਰਨਾ ਚਾਹੋ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ। ਮਿਲਦੇ ਹਾਂ ਅਗਲੇ ਲੈਕਚਰ ਦੇ ਵਿੱਚ ਬਹੁਤ ਜਲਦੀ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ। ਰੱਬ ਰਾਖਾ।